बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। नाज़रीन गिरामी, रंधावा साहब तकरीबन 3 महीने के बाद अपने घर वापस आए हैं। 3 महीने के बाद उनकी जाबिर बेगम साहिबा बहुत सारे सवाल पूछ रही हैं। फिलहाल तो रोमांटिक मूड में है, मगर देखते हैं कि रंधावा साहब के साथ आज क्या हो। ਅੱਜ ਹੀ ਵੇਖੋ ਸਿਆਸੀ ਥੀਏਟਰ ਦੇ ਵਿੱਚ ਪਾਂਡਾ ਤੇ ਲੇਲੀ ਦਾ ਡਾਂਸ। ਸਵੇਰੇ ਕਲੇਜੇ ਮੇਰੇ ਤੋਂ ਬਾਅਦ ਇਹਨਾਂ ਰੋਟੀ ਨਹੀਂ ਦਿੱਤੀ। ਇਹੋ ਜੀ ਲੇਲੀ ਨੂੰ ਘਰ ਦੇ ਵਿੱਚ ਖੁੱਲਾ ਵੀ ਛੱਡ ਦਿਓ ਤੇ ਬਾਹਰ ਨਹੀਂ ਜਾਂਦੀ, ਵਿਚਾਰੀ ਕੋਲ ਟੁਰਿਆ ਹੀ ਨਹੀਂ ਜਾਂਦਾ। ਮਾਫੀ ਚਾਹੁੰਦਾ, ਗਲਤੀ ਹੋ ਗਈ ਹੈ, ਗਲਤੀ ਹੋ ਗਈ ਹੈ। ਖਾਨਾ ਖਰਾਬੋ ਉਹ 3 ਮਹੀਨੇ ਤੋਂ ਸਾਦਕਾ ਬਾਅਦ ਗਏ ਸਨ ਹੱਕ ਲਾਲ ਦੀ ਕਮਾਈ ਕਰਨ। ਓਏ ਉਹ ਹੱਕ ਲਾਲ ਦੀ ਕਮਾਈ ਤੇ ਹੋਰ ਤੇਰਾ ਪਿਓ ਉਹ ਉੱਥੇ ਕੱਚੇ ਦੇ ਡਾਕੂਆਂ ਨਾਲ ਰਲ ਕੇ ਡਾਕੇ ਮਾਰਦਾ ਰਿਹਾ ਤੇ ਕਹਿੰਦੀ ਹੱਕ ਲਾਲ ਦੀ ਕਮਾਈ। ਓਏ ਕੱਚੇ ਦੇ ਡਾਕੂ ਜਿਹੜੇ ਨੇ ਉਹਨਾਂ ਕੋ ਮੇਰੇ ਤੋਂ ਤਗੜੀਆਂ ਬੰਦੂਕਾਂ ਨੇ, ਉਹ ਰਲਾਉਂਦੇ ਨੇ ਮੈਨੂੰ ਨਾਲ। ਉੱਥੇ ਸਾਦਗਾਬਾਦ ਯਤੀਮ ਬਣ ਕੇ ਤੇ ਚੰਦਾ ਮੰਗਦਾ ਰਿਹਾ ਤੇ ਕਹਿੰਦਾ ਹੱਕ ਹਲਾਲ ਦੀ ਕਮਾਈ। ਗੱਲ ਸੁਣ, ਜਿਹੋ ਜਿਹੇ ਮੁਲਕ ਦੇ ਹਾਲਾਤ ਜਾ ਰਹੇ ਨੇ, ਇੱਥੇ ਲੋਕ ਆਪਣੇ ਬੱਚਿਆਂ ਦੀ ਫੀਸ ਦੇ ਦੇਣ ਬੜੀ ਗੱਲ ਹੈ, ਤੇ ਰੰਧਾਵੇ ਨੂੰ ਚੰਦਾ ਕਿਹਨੇ ਦੇਣਾ? ਓਏ ਉਹ ਰਾਤੀ 3 ਵਜੇ ਵਾਲੇ ਬੱਸਾਂ ਦੇ ਟਾਈਮ ਲੁੱਟਦਾ ਰਿਹਾ ਤੇ ਕਹਿੰਦੀ ਹੱਕ ਲਾਲ ਦੀ ਕਮਾਈ। ਦੱਸ ਕੇ ਲੁੱਟਦਾ ਰਿਹਾ। ਮੈਂ ਸਾਦਕਾਬਾਦ ਜਿਸ ਬੱਸ ਨੂੰ ਵੀ ਹੱਥ ਦਿੱਤਾ, ਉਹਨਾਂ ਚੁੱਕ ਕੇ ਮੈਨੂੰ ਛੱਤ ਤੇ ਸੁੱਟਿਆ। ਉੱਥੇ ਮੈਂ ਕਿਹਨੂੰ ਲੁੱਟਣਾ ਸੀ? ਉੱਥੇ ਤੁਸੀਂ ਮਜ਼ੇ ਨਹੀਂ ਲੁੱਟੇ। ਹਾਏ ਮੈਂ ਮਰ ਗਈ, ਤੁਸੀਂ ਛੱਤ ਤੇ ਚੜ ਕੇ ਮਜ਼ੇ ਲੁੱਟਦੇ ਰਹੇ ਹੋ। ਉਹ ਬੇਗਮ, ਤੁਹਾਨੂੰ ਗਲਤ ਫਹਿਮੀ ਹੋਈ ਆ, ਮੈਂ ਛੱਤ ਤੇ ਗੁੱਡੀਆਂ ਲੁੱਟਦਾ ਰਿਹਾ। ਇੱਕ ਦਿਨ ਭਾਰੀ ਗੁੱਡੀ ਨੂੰ ਹੱਥ ਪਾ ਬੈਠੇ, ਗੁੱਡੀ ਖਿੱਚ ਕੇ ਲੈ ਗਈ ਉੱਤੇ ਨੂੰ ਇਹਨਾਂ ਨੂੰ। ਐਵੇਂ ਕੀ ਸੁਣਨ ਡਈ ਆ, ਮੈਂ ਸਭ ਸਮਝ ਨਹੀਂ ਪਈਆਂ ਜੋ ਇੱਥੇ ਗੱਲਾਂ ਹੋ ਰਹੀਆਂ ਨੇ। ਮੈਨੂੰ ਨਹੀਂ ਪਤਾ, ਦੱਸੋ ਕਿਹੜੀ ਗੁੱਡੀ ਤੁਹਾਨੂੰ ਬੱਸ ਦੀ ਛੱਤ ਤੇ ਖਿੱਚ ਕੇ ਲੈ ਗਈ ਸੀ ਜਿਹੜੀ ਉੱਥੇ ਮਜ਼ੇ ਲੁੱਟਦੇ ਰਹੇ ਹੋ? 3 ਮਹੀਨੇ ਬਾਅਦ ਆਇਆ, ਫੇਰ ਫੈਂਟੀ ਖਾਣੇ ਆ। ਉਹ ਗੁੱਡੀ ਨਹੀਂ ਸੀ ਤੇ ਹੋਰ ਕੀ ਸੀ? ਗੁੱਡਾ ਸੀ। ਇੱਕ ਖੜਾ ਵਾਪਸ ਆ ਕੇ ਥਾਣੇ 'ਚ ਕਿਸੇ ਨਾਲ ਅੱਖ ਮਿਲਾਉਣ ਜੋਗੇ ਨਹੀਂ ਰਹੇ। ਹਾਏ ਉਹ ਕਿਉਂ? ਵੀ ਸਾਰੇ ਕਹਿੰਦੇ ਸੀ ਵੀ ਇੱਕ ਅੱਖ ਵਾਲਾ ਗੁੱਡਾ ਧਰੂ ਕੇ ਲੈ ਗਿਆ, ਇਹ ਨਹੀਂ ਹੌਲੇ ਹੋ ਗਏ ਇਹ। ਮਾਫੀ ਚਾਹੁੰਦਾ, ਗਲਤੀ ਹੋ ਗਈ ਹੈ। ਰੰਧਾਵਾ ਸਾਹਿਬ, ਹਾਂ, ਇੱਥੇ ਤਾਂ ਕਿਤੇ ਮਹੀਨੇ 'ਚ 1-2 ਦਫਾ ਤੁਹਾਨੂੰ ਬਿੱਲੀ ਚੁੱਕ ਕੇ ਲੈ ਜਾਂਦੀ ਸੀ, ਇਹ ਹੁਣ ਗੁੱਡਾ ਚੁੱਕ ਕੇ ਲੈ ਗਿਆ, ਏਦਾਂ ਹੀ ਹੌਲੇ ਹੋ ਗਏ। ਉਹ ਯਾਰ ਮੈਂ ਵਿਹਲਾ ਬੰਦਾ, ਜਿਹਦਾ ਦਿਲ ਕਰਦਾ ਮੈਨੂੰ ਚੁੱਕ ਲੈਂਦਾ। ਨੈਬ ਵਾਲਿਆਂ ਨੇ ਚੁੱਕਿਆ ਤੇ ਉਹਨਾਂ ਨੇ 3 ਮਹੀਨੇ ਵਾਪਸ ਨਹੀਂ ਆਉਣ ਦੇਣਾ ਜੇ। ਲੈ 3 ਮਹੀਨੇ ਨਹੀਂ ਆਉਣ ਦੇਣਾ। ਇਹ ਜਿੰਨੇ ਕ ਹੈਗੇ ਇਹਨਾਂ ਤੇ ਰੈਫਰੈਂਸ ਵੀ ਇੱਕ ਵਰਗੇ ਦਾ ਦਾਇਰ ਹੋਣਾ ਵੀਰੇ। ਹਾਏ ਮਾਫੀ ਚਾਹੁੰਦਾ, ਗਲਤੀ ਹੋ गई है। बेगम जी सरताज, सुना आपने सुना अभी? ਤਾਇਆ ਤੂੰ ਵੀ ਬੈਠਾ ਇੱਥੇ? ਹੋਰ ਗਮਲਾ ਰੱਖੇ ਆ। ਕਿਸੇ ਦੀ ਇੱਜ਼ਤ ਨਾ ਕਰਨਾ, ਵੱਡੇ ਛੋਟੇ ਦੀ। ਅੱਛਾ ਵੱਡੇ, ਦੇਖੋ ਮੈਂ 3 ਮਹੀਨੇ ਬਾਅਦ ਆਇਆ, ਤਾਇਆ ਫੇਰ ਓਡੇ ਦਾ ਓਡਾ ਹੀ ਆ ਜੇ। ਮਾਸ਼ਾਅੱਲਾ, ਤੂੰ ਤੇ ਬੜਾ ਜਹਾਜ਼ਾਂ 'ਚ ਵੱਜਦਾ ਆਇਆ। बेगम सुना आपने सुना? अभी यहाँ एक आंख वाले गुड्डे का जिक्र हुआ जी बस अब आपने पहली फुर्सत में हमें यही कहना है। ਉਹ ਤਾਇਆ ਤੈਨੂੰ ਅੱਧੀ ਅੱਖ ਵਾਲੇ ਗੁੱਡੇ ਨੇ ਚੁੱਕ ਲੈਣਾ ਓਏ। ਤੇ ਉਹਦੀ ਵੀ ਇਹਨੇ ਅੱਖ 'ਚ ਰੜਕਣਾ। 2 ਵਾਰੀ ਅਗਲੇ ਬੰਦੇ ਨੇ ਅੱਖ ਮਲੀ, ਇਹਨੇ ਵਿੱਚ ਰਹਿ ਜਾਣਾ। ਤੇ ਫੇਰ ਕੀ ਏ, ਇੱਕ ਪਾਣੀ ਦਾ ਛੱਟਾ ਵਜਣਾ ਤੇ ਤਾਇਆ ਬਾਹਰ, ਘਰੋਂ ਬਾਹਰ। ਇਹਦੇ 'ਚ ਕਿਹੜੀ ਬੁਰੀ ਗੱਲ ਹੈ? ਜਵਾਨਾਂ ਨਾਲ ਇਹ ਹੁੰਦਾ ਹੀ ਆਇਆ। आप हमें एक आंख वाला गुड्डा कहें? हाय एक खाला गुड्डा हुंदा है। यकीन करें मेरा दिल करता है आपके हाथों से 10-15 मरतबा कटूं। ਉਹ ਕਟੂ, ਉਹ ਤੇਰੇ ਨਾਲ ਡੋਰ ਵਾਲਾ ਪਿੰਨਾ ਤਗੜਾ ਹੁੰਦਾ ਓਏ। बेगम जी सरताज, सुना आपने सुना? अभी हमें इसने क्या कहा? बस अब आपने पहली फुर्सत में हमें यही कहना है। हाय कच्ची डोर वाला पिन्ना हुंदा है। ਹਾਏ ਪਿੰਨਾ ਵੱਡਾ ਹੁੰਦਾ ਏ, ਪਿੰਨੀ ਏ, ਪਿੰਨਾ ਤੇ ਹੈ ਫੇ। रंधावा
ਰੰਧਾਵਾ ਸਾਹਿਬ ਜੀ ਬੇਗਮ। ਮੈਨੂੰ ਇਹ ਦੱਸੋ ਕਿ ਤੁਸੀਂ 3 ਮਹੀਨੇ ਕਿੱਥੇ ਰਹੇ ਹੋ? ਬੇਗਮ ਮੇਰੀ ਇੱਕ ਦਿਨ ਡਿਊਟੀ ਲਾਤੀ ਆ ਆਪਣਾ ਵਜ਼ੀਰੇ ਵਾਲਾ ਨੂੰ ਢਿੱਲਾ ਜਿਹਾ ਸਮਾਨ ਬਾਜ਼ਾਰ। ਹਾਂ। ਇਹਦੇ ਨਾਲ ਡਿਊਟੀ ਲੱਗੀ 6-6 ਘੰਟੇ ਮੀਟਿੰਗ ਕਰਦਾ ਸੀ, ਰਿਜ਼ਲਟ ਕੋਈ ਨਹੀਂ ਨਿਕਲਦਾ। ਮੈਂ ਬਾਹਰ ਖਲੋਤਾ ਰਹਿਣਾ, ਆਪ ਅੰਦਰੋਂ ਰੋਟੀ ਖਾ ਲੈਣੀ, ਬਾਹਰ ਨਿਕਲੇ। ਮੈਂ ਕਿਹਾ ਸਾਹਿਬ ਜੀ ਮੈਨੂੰ ਕਿਉਂ ਨਹੀਂ ਰੋਟੀ ਖਵਾਈ? ਉਹਨਾਂ ਨੇ ਇਸ ਗੱਲ ਦਾ ਕੀਤਾ ਗੁੱਸਾ, ਮੇਰਾ ਤਬਾਦਲਾ ਕਰਤਾ ਸਾਦਕਾਬਾਦ। ਉਹ ਸਭ ਠੀਕ ਹੈ, ਪਰ ਇਹ ਦੱਸੋ ਇਹ ਕਿਹਦੇ ਲਈ ਕਹਿ ਰਹੇ ਸੋ? तेरा नाम लिया, तुझे याद किया, तुझे याद किया, तेरा नाम लिया। ये हम तुमको बताते हैं कि इसने किसके लिए गाया है। तेरा नाम लिया, तुझे याद किया बाबा, तेरा नाम लिया। हाय मैं मर गई। ये मेरे घर च कौन आ गई है? मैं क्या रंधावा साहब, दसो ना ही मुझे जाल है। ਮੂੰਹ ਜੋ ਜ਼ਾਲ ਹੈ, ਪਤਾ ਨਹੀਂ ਹੈ ਕੌਣ। ਤੇ ਉਹ ਕਹਿ ਰਹੀ ਹੈ ਮੈਂ ਦੀ ਬੀਵੀ ਆ, ਇੱਕ ਸੌਕਣ ਮਾਰਨੀ ਸੀ ਤਾਂ ਦੂਜੀ ਲਿਆ ਕੇ ਖਿਲਾਤੀ। ਇਹ ਸੌਂਕਣ ਕਿਸ ਤਰ੍ਹਾਂ ਹੋ ਸਕਦੀ ਆ ਮੂੰਹ ਜੋ ਜ਼ਾਲ? ਹਾਏ ਮੈਂ ਮਰ ਗਈ ਫਿਰ ਮੋਜੋ ਜ਼ਾਲ। ये हमारे साथ इस घर में क्या हो रहा है? घोड़ा रे घोड़ा। ਹੁਣ ਕਿਧਰੇ ਆਪਣੀ ਬੀਵੀ ਨੂੰ ਇਹ ਨਾ ਕਹਿ ਦੇਣਾ ਬੇਗਮ जैसे ही फुर्सत मिले आप हमें मौजो जाल जरूर कहना। जाल दा नुकता हुंदा है। सुना बेगम, जी सरताज। आपने सुना इसने अभी हमें क्या कहा? हाँ। बस अब पहली फुर्सत में हमें आपने यही कहना है। हाय जाल दा नुकता हुंदा है। भाई आपके मुंह से जाल निकला, हम अपने आप को जलील महसूस कर रहे हैं। इतना बड़ा जीवन बाबा हम इनके बगैर कैसे काटेगी? हाय साइमन ठा भाग भरी, साईं अपना ही नाक ना काट लेना। मैं अब मन ठार नहीं रहा हूँ, अब मैं आग का दरिया बन चुका हूँ, आग का दरिया। ये कौन लोग हैं जो आपके घर में आके तमाशा शुरू कर देते हैं? मैं बताता हूँ मैं कौन हूँ। कौन है आप? ये भागबरी है, मैं ठार साई हूँ। आज के उधर शिकारपुर में किसी गुंगे से पूछ, किसी अंधे से पूछ, गुंगा बोलेगा, अंधा घर छोड़ के आएगा। ओहो, मगर आप इस घर में बगैर दस्तक दिए दंदनाते हुए क्यों चले आए? अदा ये मेरा एक्स हस्बैंड है, हमें इंसाफ दिलाने आया है। ये आपका सबका शौहर है जी साईं। जिसे आप मंठार कह रही हैं। जी साईं। और क्या इंसाफ चाहिए आपको? अदा ये रंधावा साईं जब सादकाबाद आए थे तो हमको सक्खर से बुला के हमारे साथ निकाह पढ़ाया था। हाय ਹਾਏ ਸਾਨੂੰ ਇਥੋਂ ਕਹਿੰਦਾ ਮੈਂ ਸਾਦਕਾਬਾਦੋਂ ਚਿੱਟਾ ਚੌਂਸਾ ਲੈਣ ਚੱਲਾਂ ਤੇ ਉਥੋਂ ਮੋਂਜੋ ਜ਼ਾਲ ਲੈ ਕੇ ਆ ਗਿਆ। हाय मोजो ਜ਼ਾਲ। ਹਾਏ ਮੋਂਜੋ ਜ਼ਾਲ। आई लव यू। हाँ तो जो जाल, हमें इंसाफ चाहिए, अदी इंसाफ, वरना हम रंधावे का कान काट के शिकारपुर ले जाएगा। और बीबी इनसे पूछे हैं कि इनके पास क्या सबूत है? ਕੀ ਸਬੂਤ ਹੈ ਤੁਹਾਡੇ ਕੋਲ? ਕੀ ਸਬੂਤ ਹੈ ਮੋਂਜੋ ਜ਼ਾਲ? ਹਟ ਜਾ ਮੋਜੋ ਜ਼ਾਲ। ਜ਼ਾਲ ਵੀ ਗਈ ਤੇ ਮੋਂਜੋ ਵੀ ਗਈ। अदा सबसे बड़ा सबूत तो ये हमारा एक्स हस्बैंड है। ये जब इनके साथ हमारा निकाह हुआ था तो गवाहों में इन्होंने अपना साइन किया था। मैं अपनी गोठ का सबसे बड़ा और मोतबर बंदा हूँ। लोग प्यार से चवल चवल कहते हैं। भागभरी तेरे प्यार में डसा जा चुका हूँ। मैंने इसके नकाह में साइन भी किए, अंगूठे भी लगाए हैं, ट्रांसफर लेटर भी दिया है मोटरसाइकिल का। बीबी जो ये कहानियां सुना रहे हैं, मैं आपको बता रहा हूं, आपके साथ फिर हाथ होने जा रहा है। इनसे इनकी शनाख्ती कार्ड ਨੀ मांगो। ਸੁੱਕ ਨੇ ਚੁੱਪ ਕਰ ਜਾ, ਇੱਥੇ ਮੇਰਾ ਘਰ ਤਬਾਹ ਹੋਣ ਡਿਆ, ਤੁਹਾਨੂੰ ਸ਼ਨਾਖਤੀ ਕਾਰਡ ਦੀ तो ਪਈ। बीबी या फिर अपने शौहर से पूछें कि उन्होंने शादी की है कि नहीं की है। ਮੈਂ ਕਿਹਾ ਰੰਧਾਵਾ ਸਾਹਿਬ, ਇਹ ਦੱਸੋ ਕਿ ਤੁਹਾਡੀ ਕੌਣ ਹੈ? ਤੂੰ ਤਾਂ ਮੈਨੂੰ ਹੁਣੇ ਹੀ ਦੱਸਿਆ ਮੋਂਜੋ ਜ਼ਾਲ ਹੈ। ਆਏ ਮੋਜੋ ਜ਼ਾਲ। अच्छा मेरी बात सुने, मेरी बात सुन। आप समझ नहीं रहे, वो बार बार एक ही बात कह रहे हैं, मुझो जाल मुझो जाल। आप ये बताएं मुझे कि खुदा को हाजिर नाजिर जान के आप कहते हैं कि ये आपकी बीवी है। मुझो जाल को छोड़ दें, आपको नहीं समझ आ रही इस बात की। ये आपकी बीवी है या नहीं है? हाँ हाँ मेरी बीवी आ। किसकी बात कर रहा हूं मैं? मेरी बीवी ਦੀ ਕਰ ਰਹੇ ਹੋ? नहीं बीवी की तो कर रहा हूं, कौन मतलब किस बीवी की बात कर रहा हूं? ਉਹ ਸ਼ਾਹ ਜੀ ਜਿਹੜੀ ਮੇਰੀ बीवी ਹੈ ਮੈਂ ਉਹਦੀ ਗੱਲ ਕਰ ਰਿਹਾ। ये दो औरतें खड़ी हैं। ਤੁਹਾਡੀ ਵੀ ਨਜ਼ਰ ਕਮਜ਼ੋਰ ਹੋ ਗਈ ਆ ਦੋ ਆ। अच्छा 2 जमा 2 है। नहीं नहीं, ये आपकी बीवी है। ਬੋਲੋ ਨਾ ਕਿ ਮੈਂ ਤੁਹਾਡੀ ਬੀਵੀ ਆ। ਦੱਸਣ ਦਿਆਂ बीवी है जी। ये आपकी बीवी है। और वो कौन है? वो मौजो ज़ाल है। Thank you. कहीं नहीं जाइएगा, छोटे वक्त के बाद वापस आते हैं, नए सेगमेंट के साथ आएंगे। आप देख रहे हैं सियासी थिएटर। वेलकम बैक नाज़रीन, प्रोग्राम में दोबारा हाजिर खिदमत है। जी माहम,
शाजी बारी है हमारे बहुत ही इंटरेस्टिंग सेगमेंट छुपे रुस्तम की, जिसमें हमारी ऑडियंस सियासी थिएटर में अपने फन का मुजाहिरा करेगी। ਇਹ ਕਦੋਂ ਦਾ ਇਹ ਮੁੰਡਾ ਇਹ ਜਿਹਦਾ ਸਿੰਧੀ ਕੁਹਾੜੀ ਵਰਗਾ ਮੂੰਹ ਹੈ ਇਹ ਕਹਿੰਦਾ ਜੀ ਮੈਂ ਉਲਟ ਬਾਜ਼ੀ ਲਾ ਕੇ ਸ਼ਾਹ ਸਭ ਤੱਕ ਜਾਣਾ तो ਉੱਥੇ ਜਾ ਕੇ ਕਹਿਣਾ काश मैं तेरे हंसी हाथ का कंगन अच्छा मुझे ये बताइए ये सिंधी कुल्हाड़ी क्या होती है? अब वेख लो जी इतना मिलती जुलती ना तेन कढ़ देना ਮਾਸ਼ਾਅੱਲਾ ਸ਼ਾਹ ਜੀ ਇਸ ਤਰ੍ਹਾਂ ਦੀ ਲੜਕੀਆਂ ਨੂੰ ਜਿਹੜੀਆਂ ਸਹੇਲੀਆਂ ਕਹਿੰਦੀਆਂ ਨੇ ਪ੍ਰਵੀਨ ਇਸ ਦਫਾ ਨਾ ਤੇਰੀ ਸ਼ਕਲ ਵਰਗੇ ਅੰਬ ਆਏ ਨੇ मेरा नाम बेटा है। ਇਹੋ ਜੀ ਚਿੜੀ ਦਰਖਤ ਤੇ ਬੈਠੀ ਰੋਂਦੀ ਰਹਿੰਦੀ ਹੈ, ਬਾਕੀ ਚਿੜੀਆਂ ਉੱਡ ਗਈਆਂ, ਮੇਰੇ ਕੋਲ ਕਿਉਂ ਨਹੀਂ ਉੱਡਿਆ ਜਾ ਰਿਹਾ? मुझे तुम नजर से वाह वाह, गिरा तो रहे हो, मुझे तुम कभी भी भुला ना सकोगे। सही गल है, खर्चे बहुत न कराए। जाने लो ये गाना ते आजकल सारी आवाम रो रो के गा रही है। डॉलर का रेट तुम बढ़ा तो रहे हो, इससे नीचे फिर तुम ला ना सकोगे। और खान साहब नु आवाम दी परवाह ही नहीं, वो अपोजिशन नु कही जा रहे ने ये एपीसी तुम बुला तो रहे हो, मगर तुम कभी मुझको हटा ना सकोगे। ये APC ਹਸਨੈਨ ਰਜ਼ਾ। ਇਹੋ ਜਿਹਾ ਮੁੰਡਾ ਹੇਅਰ ਡਰੈਸਰ ਹੁੰਦਾ ਹੈ, ਪੁੱਛੇ ਨਾ ਸਰ ਤੁਸੀਂ ਕਟਿੰਗ ਕਿੱਥੋਂ ਸਿੱਖੀ ਹੈ? ਜੇਲ੍ਹ ਚੋਂ ਜੀ। ਸ਼ਾਹ ਜੀ ਇਸ ਤਰ੍ਹਾਂ ਦੇ ਮੁੰਡੇ ਨੇ ਸਕੂਲੇ ਇੱਕ ਪਰਚਾ ਨਹੀਂ ਦਿੱਤਾ ਹੁੰਦਾ, ਥਾਣੇ ਤੇ 4 ਪਰਚੇ ਹੋਏ ਹੁੰਦੇ ਨੇ। ਸ਼ਾਹ ਜੀ ਪਿੰਡ ਦੇ ਵਿੱਚ ਫੋੜੇ ਵਾਲੇ ਸਿਰ ਦੀ ਟਿੰਡ ਕਰਨੀ ਹੋਵੇ ਤਾਂ ਨਾ ਹੀ ਇਹੋ ਜਿਹੀ ਮਸ਼ੀਨ ਕੱਢਦਾ। पीएम साहब खाना खा रहे होते हैं लोग इस वक्त। सही कह रहा है। ਉਹ ਰਾਤੀ 11:15 ਵਜੇ ਤੇਰਾ ਪਿਓ ਖਾਣਾ ਖਾ ਰਿਹਾ ਹੁੰਦਾ ਸਰਦਾਰ ਸਾਹਿਬ ਸ਼ਹਿਰ ਵਿੱਚ ਲੋਕੀ ਰਾਤ ਨੂੰ 2-2 3-3 ਵਜੇ ਤੱਕ ਖਾਣਾ ਖਾਂਦੇ ਰਹਿੰਦੇ ਨੇ। ਤੇ ਇਹਨਾਂ ਗੱਲਾਂ ਤੋਂ ਉਹਨਾਂ ਦੇ ਢਿੱਡ ਵੀ ਤਾਂ ਨਿਕਲ ਆਏ ਨੇ। जी हसनैन, ਹਾਸੇ ਖੋਲੇ ਨੇ ਤੇਰੀਆਂ ਯਾਦਾਂ ਨੇ, ਵਾਹ ਜੀ ਵਾਹ। ਆ ਮਿਲ ਸਜਣਾ ਵਾਹ। ਫਰਿਆਦਾਂ ਨੇ, ਹਾਸੇ ਖੋਲੇ ਨੇ ਤੇਰੀਆਂ ਯਾਦਾਂ ਨੇ, ਆ ਮਿਲ ਸਜਣਾ ਫਰਿਆਦਾਂ ਨੇ, ਮੇਰੇ ਦਿਲ ਦਾ ਸੋਹਣਾ ਤੱਕ ਵੇੜਾ, ਦਰਦਾਂ ਨੇ ਠਿਕਾਣਾ ਲੱਭਿਆ ਏ, ਤੂੰ ਨਾ ਵਿਛੜ ਕੇ ਮਿਲਿਓ ਚੰਨ ਸਜਣਾ, ਸਾਰਾ ਜ਼ਮਾਨਾ ਲੱਭਿਆ ਏ, तस्वीर बना के मैं तेरी। यरबास ने ਹਸਨੈਨ ਸਾਡੀਆਂ ਜੁਗਤਾਂ ਸਾਨੂੰ ਵਾਪਸ ਕਰ ਦੇ। ਦਿਲ ਕਰਦਾ ਤੇਰਾ ਮੂੰਹ ਚਮਲਾਵਾਂ, ਪਰ ਸ਼ੇਪ ਕਦੋਂ ਕਰਾਉਣਾ ਤੂੰ? जी। मेरा नाम अदीला है। अदीला वर्गी कुड़ी ਉਹਦੀ ਸਹੇਲੀ ਪੁੱਛੇ ਨਾ तू मरी गई है सैर करने? नहीं मैं सैर करने तो नहीं गई थी, मैंने कहा था मैं जब फर्स्ट आऊंगी ना तो वहां बांदरों को जाके फुल्ले डालूंगा। ਮਾਸ਼ਾਅੱਲਾ ਸ਼ਾਹ ਜੀ ਦੀਲਾ ਵੇਖੋ, ਟੋਕਰੀ 'ਚੋਂ ਸਾਰਾ ਫਾਲਸਾ ਵਿਕ ਜਾਵੇ ਨਾ ਤੇ ਆਖਰੀ 4 ਦਾਣੇ ਇਹਦੇ ਵਰਗੇ ਪੈ ਰਹਿੰਦੇ ਨੇ। ਨਾ ਕਰ ਯਾਰ, ਮਾਸ਼ਾਅੱਲਾ ਧੀ ਸਾਡੀ ਦਾ ਰੰਗ ਵੀ ਸੋਹਣਾ, ਨੱਕ ਵੀ ਤਿੱਖਾ, ਇੰਜ ਹੀ ਲੱਗਣ ਡਿਆ ਵੀ 3 ਨੁਕਰਾਂ ਵਾਲਾ ਸਮੋਸਾ ਕੱਚਾ ਹੀ ਪਿਆ ਹੈ। ਮਾਸ਼ਾਅੱਲਾ ਨੱਕ ਸੋਹਣਾ, ਇਹੋ ਜਿਹੀ ਕੁੜੀ ਖਰਬੂਜ਼ਾ ਸੁੰਘਣ ਲੱਗਿਆ ਪਾੜ ਦੇਣੀ ਚਾਹੀਦੀ। जी अदीला, हम तेरे बिन अब रह नहीं सकते, तेरे बिना क्या वजूद मेरा। ਬੇਟਾ ਜਦੋਂ ਜੇ ਗਾਣ ਨਹੀਂ ਹੈ ਅਗਲਾ ਕਿਵੇਂ ਜ਼ਿੰਦਾ ਰਹੇਗਾ? मेरा नाम आमना है। ਇਹੋ ਜਿਹੀ ਕੁੜੀ ਨੂੰ ਲੈਪਟਾਪ 'ਚ ਵੀ ਕਰੰਟ ਪੈ ਜਾਂਦਾ।
ਤੇ ਸਰਦਾਰ ਸਾਹਿਬ ਤੁਹਾਡੇ ਵਰਗੇ ਬੰਦੇ ਟਰਾਂਸਫਾਰਮਰ ਨਾਲ ਲੱਗਣ, ਟਰਾਂਸਫਾਰਮਰ ਕਹਿਣ ਦੇ ਹੁੰਦਾ ਯਾਰ ਇਹ ਬੰਦਾ ਐਡਾ ਮਨਹੂਸ ਹੈ, ਜਦੋਂ ਮੈਨੂੰ ਨਾਲ ਲੱਗਦਾ ਮੇਰੀ ਸਾਰੀ ਪਾਵਰ ਹੀ ਮੁੱਕ ਜਾਂਦੀ ਹੈ। जी मोहतरमा। मैं कोई ऐसा गीत गाऊं वाह। कि आरज़ू जगाऊं अगर तुम कहो, तुमको हंसाऊं या पल के बिछाऊं, कदम तुम जहाँ जहाँ रखो, ज़मी को आसमां बनाऊं, सितारों से सजाऊं अगर तुम कहो। मैं कोई ऐसा गीत गाऊं कि आरज़ू जगाऊं अगर तुम कहो, ज़मीं को आसमां बनाऊं, सितारों से सजाऊं अगर तुम कहो। जी मेरा नाम कामरान है। ਤੇ ਅਸੀਂ ਕੀ ਕਰੀਏ? ਸਰ ਜੀ ਇਸ ਤਰ੍ਹਾਂ ਲੜਕਾ ਸਾਲ 'ਚ ਸਿਰਫ ਇੱਕੋ ਹੀ ਕੰਮ ਕਰਦਾ। क्या? ਵੱਡੀ ਤੇ ਛੁਰੀਆਂ ਤੇਜ਼ ਕਰਦਾ। नाम क्या बताया बेटा? कामरान। मैं बहुत नलायक हाँ। 1 साल हो गया मेरे मेरे मैनू घर कढ़िया, शादी सुलह करा दे। जी कामरान। तुम्हें दिल लगी भूल जानी पड़ेगी, मोहब्बत की राहों में आकर तो देखो। ਗਾ ਤੂੰ ਗਾ, ਸਾਡੀ ਕਿਸਮਤ ਗਾ। ਤੂੰ ਗਾ ਦਿਲ ਲਗੀ। बिछड़ने पे मेरे नाम नाज़रीन, इस पे विदस कहीं नहीं जाइएगा, छोटे से वक्फे के बाद वापस आते हैं, नए सेगमेंट के साथ आएंगे। आप देख रहे हैं सियासी थिएटर। वेलकम बैक नाज़रीन, प्रोग्राम में दोबारा हाजिर खिदमत है। जी माहम। शाह जी, आज से हम शुरू कर रहे हैं एक बहुत ही दिलचस्प और नया सेगमेंट दास्तान गो, जिसमें हम कुछ हिकायतें डिस्कस किया करेंगे, वो हिकायतें जो जिंदगियां संवार सकती हैं। जी हाँ, और एक एक हिकायत जो है वो अपने अंदर दानिश का एक जहान जो है वो पिन्हा रखती है। एक एक हिकायत के कई कई माने निकलते हैं। अमूमन तो हम एक आध एंगल उसका डिस्कस कर पाते हैं, समझ पाते हैं, मगर अगर आप गौर करें तो एक एक हिकायत से सैकड़ों माने जो हैं ज़िंदगी को समझने के, सैकड़ों अंग, सैकड़ों रंग जो हैं वो निकलते हैं। मिसाल के तौर पे हिकायत जो है वो बिल्कुल चिराग की तरह होती है। आप यूँ समझिए कि जैसे एक चिराग है ना, तो चिराग अलामत है ज़िंदगी की भी, चिराग अलामत है खुशी की भी, चिराग अलामत है कामयाबी की भी, चिराग अलामत है जहालत के खिलाफ लड़ने की भी। तो इसी तरीके से हिकायतों के भी बेशुमार माने निकलते हैं। ख़ास तौर पे हम मौलाना रूम की यानी कि रूमी की और शेख सादी की हिकायतें जो हैं ख़ास तौर पे वो डिस्कस किया करेंगे। उसके अलावा भी जब हमने रिसर्च की है तो बहुत सारी हिकायतें हमने इकट्ठी की हैं, वो भी हम नाज़रीन के साथ शेयर किया करेंगे। इसीलिए हमने इसका नाम रखा है दास्तान गो। शाह जी, इनका तो तारुफ करवाइए कि ये कौन लोग हैं, ये भी कोई दास्तान सुनाने वाले हैं? लो जी, पिछले ने दास्तान सुनाती जी अपनी। नहीं, इसमें हम कुल्फियां ठंडी करके बेचते हैं। कल हम जब ये पहने घर की तरफ जा रहे थे, विच किसी ने बर्फ पाते। तो हम ये कह रहे थे कि हम जब ये टोपी पहने कल अपने घर की तरफ गामजन थे। पीछे कुल्फियां ला गया। अरे नहीं। अच्छा, मेरा ख्याल बर्फ वाला आ गया होना। अबे नहीं यार, कोई ना कोई तो आया ना। FBI वाला आ गया और हमें कहने लगा कि आपकी टोपी में छुपे असासे हम चेक करने आए। मोहम्मद लगता सेट ते फरिश्ते आ गए ने। तेरी जान कढ़न आए। भाई कल्ले फरिश्ते का तो काम ही नहीं तेरी जान कढ़ना, तां ही 5-6 जने इकट्ठे हो गए। ਭਾਵੇਂ 5-6 ਜਾਣੇ ਆਏ ਨੇ, ਲੇਕਿਨ ਇਹਦੀ ਜਾਨ ਫੇਰ ਵੀ ਕ੍ਰੇਨ ਦੇ ਨਾਲ ਕੱਢਣੀ ਪੈਣੀ। ਇਹਦੀ ਜਾਨ ਕੱਢਣੀ ਹੈ ਕਿ ਸਮੁੰਦਰ ਚੋਂ ਤੇਲ ਕੱਢਣਾ? ਤੇਲ ਕੱਢਣਾ ਆਸਾਨ ਹੈ, ਇਹਦੀ ਜਾਨ ਕੱਢਣਾ ਬਹੁਤ ਮੁਸ਼ਕਿਲ। ਜਿੱਡੀ ਇਹ ਮੋਟੀ ਏ, ਇਹਦੀ ਜਾਨ ਕੱਢਦਿਆਂ ਮਹੀਨਾ ਲੱਗ ਜਾਣਾ। हाय हाय मैं क्या पाइन मेरे को भी कोई दास्तान सुननी या दही लेके आऊं। भाजी ओहो, आपको क्या हो गया? भाजी गल हासे च ना पाओ, ਅਸੀਂ ਕੋਈ ਫਰਿਸ਼ਤੇ ਨਹੀਂ, ਅਸੀਂ ਸਾਰੇ ਜਾਣੇ ਇੱਕ ਹੋਟਲ ਤੇ ਕੰਮ ਕਰਨੇ ਸਾਂ। ਅੱਛਾ। ਉਹਨੇ ਕਿਹਾ ਮਹਿੰਗਾਈ ਬਹੁਤ ਹੋ ਗਈ, ਮੈਂ ਤੁਹਾਡੀਆਂ ਤਨਖਾਹਾਂ ਨਹੀਂ ਦੇ ਸਕਦਾ, ਜਿੱਥੇ ਮਰਜ਼ੀ ਜਾਓ। अच्छा जी, बढ़ते हैं हम आज की पहली हिकायत की तरफ। ये मौलाना रूम की हिकायत है और इस हिकायत में भी जैसा कि मैंने शुरू में कहा था कि चिराग की तरह इस हिकायत के भी बेशुमार माने जो हैं
وہ نکلتے ہیں. یعنی کہ اس میں یہ بھی معنی ہے کہ آپ کسی سیانے کی بات پر اگر عمل نہ کریں, اپنے مینٹور کی بات پر عمل نہ کریں, تو آپ کو کیا نقصان ہوتا ہے. حرص, طمع اور لالچ جو ہے وہ آپ کو کیا نقصان پہنچاتی ہے. اپنے سے کسی کمزور کو جب آپ لقمہ تر سمجھتے ہیں تو آپ کو کیا نقصان ہوتا ہے. آپ اپنے کسی مخلص دوست کی بات کو نظر انداز کرتے ہیں تو کیا نقصان ہوتا ہے. آپ اگر کوئی احتیاطی تدبیر نہیں کرتے ہیں تو اس کے کیا نقصان ہوتے ہیں. تو یہ دانش کا ایک جہان ہے جو صرف اس ایک حکایت میں ہمیں ملتا ہے مولانا روم کی. مگر اوورآل جو اس کا جو یعنی کہ سبجیکٹ ہے اوورآل وہ ہے حرص, طمع اور لالچ. ایک اور دوسرے یہ کہ جو بھی 2 نمبر چیز ہے, جو بھی برا کام ہے, وہ کبھی چھپ نہیں سکتا ہے بلکہ چھپائے نہیں چھپتا ہے. جیسے کرپشن کو آپ دیکھ لیجئے, تو آدمی کرپشن کرے تو اور آپ یعنی کہ بعض اوقات قانون جو ہے اس کی گرفت سے نکل جاتا ہے, لیکن پورا محلہ, پورا خاندان, دوست احباب, شہر سب جانتے ہیں. جس آفس میں کرپشن کر رہا ہوتا ہے وہاں بھی سب جانتے ہیں کہ یہ شخص جو ہے وہ کرپٹ ہے. شاہ جی کرپشن چھپ سکتی ہے, عشق مشوقی چھپ سکتی ہے, اگر نہیں چھپ سکتی تو بینا نہیں جے چھپ سکتی. بینا ویسے جڈی چوڑی ہے, کرپٹ بندہ ہے پیچھے چھپ سکتا ہے. ਤੁਸੀਂ ਇਹ ਗੱਲ ਕਰਨ ਦੇ ਬੀਨਾ ਨੂੰ ਇਹਦੇ ਰਿਸ਼ਤੇਦਾਰਾਂ ਨੇ ਪੁੱਛਿਆ ਅਸੀਂ ਤੁਹਾਨੂੰ ਲਾਹੌਰ ਮਿਲਣ ਆਣਾ, ਕਿੱਥੇ ਮਿਲੋਗੇ? ਕਹਿੰਦੀ ਜਿੱਧਰੋਂ ਮਰਜ਼ੀ ਆ ਜਾਓ, ਅੱਗੇ ਮੈਂ ਹੀ ਬੈਠੀ ਹੋਵਾਂਗੀ. ਅੱਛਾ ਮੈਂ ਗੋਲ ਚੱਕਰ ਜੀ ਅਸਾਈਨਮੈਂਟ ਮੁੱਕ ਲੈਂਦੇ ਹੋ, ਮੈਂ ਬਾਹਰ ਜਾ ਕੇ ਤੁਹਾਡੀਆਂ ਨਾਸਾਂ ਪਾੜ ਦੇਣੀਆਂ ਨੇ ਤੇ ਟੈਡੀ ਸਾਹਿਬ ਤੁਹਾਨੂੰ ਇਸੇ ਟੋਪੀ ਦੇ ਵਿੱਚ ਧੁੱਪ ਛੱਡਦਾ. इसी तरह जो करप्शन है ना, वो हराम माल जो है वो मुर्दार गोश्त की तरह होता है. आप उसको फ्रिज में भी रख लें तब भी उसकी बू जो है जरा सा फ्रिज खुलेगा और वो बाहर आ जाए. तो मौलाना कहते हैं बूए किब्रो, बूए हिरसो, बूए आज. हिर्स का तो आपको पता ही है, आज हम कहते हैं लस्ट को, लालच को, ग्रीड को. बूए किब्रो, बूए हिरसो, बूए आज, दर सुखन गुफ्तन पे आया चूं प्याज. ये चीज बूए किब्रो, बूए हिरसो, बूए आज, दर सुखन गुफ्तन पे आयद चूं प्याज. हाँ जी, शालमियों सारियां चीज़ां मिल जाती हैं, आ चूं पिस्तो जुमो प्याज. नहीं यार, ये है कि दर सुखन गुफ्तन पे आयद चूं प्याज. उन्होंने फरमाया है कि प्याज दीवार दे पीछे भी पिया होगा तो ओदी बो आएगी. अच्छा देखिए, ये हुआ क्या, बेसिकली तो उर्दू जुबान इन्हीं जुबानों से निकली है ना, अरबी से, फारसी से, पंजाबी से, संस्कृत से, हिंदी से, तो टर्किश से. तो इसलिए इन्होंने, इनको बू भी समझ आ गई, प्याज भी समझ आ गई, तो इन्होंने एक कहानी उससे बना ली. लेकिन ये तो नहीं है, इससे मिलता जुलता है कि आपका जो किब्र है, आपका जो गुरूर है, आपका जो तकब्बुर है, आपकी जो हिर्स है, लालच है, तमा है, ये सारी चीज़ें जो हैं ये छुप नहीं सकती हैं. और ये बिल्कुल ऐसे ही है जैसे इंसान जब गुफ्तगू करता है तो प्याज अगर उसने खाया हो तो उसकी बू जो है, उसका भभूका जो है वो फौरन बाहर आता है. इवन अगर आप मुंह बंद भी रखें, लेकिन अगर आपके कोई पास आएगा तो उसे पता चल जाएगा कि आपने प्याज खाया हुआ है. तो जैसे प्याज की बू नहीं छुपती है और बोलने में जाहिर हो जाती है, ऐसे ही हिर्स, तमा और लालच जो है ये भी नहीं छुप सकता है. सरदार साहब नाल ते बड़ा हादसा होया सर. क्या? एक घरों प्याज खा के निकले ने, अगे नाका लगा सी, ਉਹਨਾਂ ਉੱਥੇ ਮੂੰਹ ਸੁੰਘਿਆ ਤੇ ਫੜੇ ਗਏ ਨੇ. तो मैंने चपेड़ा मारी जाए तो नाल पूछी जाए, दस कित्थों आया प्याज पी के. अच्छा जी, चंद दोस्तों ने मिलके ना, तो हिंदुस्तान के जो जंगलात हैं, पुरानी हिकायत है चूंकि हिंदुस्तान का उसमें जिक्र है कि जंगलात जो हैं उनकी सैर का प्रोग्राम बनाया. 4 दोस्त थे बुनियादी तौर पे. इसके अंदर इस कहानी के ये 4 किरदार हैं और 5 किरदार हैं बुनियादी तौर पे. 4 दोस्त हैं, एक इनका उस्ताद है, एक हथनी है और एक हथनी का बच्चा है. लो बीना जी दी हिकायत आ गई. ਪੈਰ ਥੱਲੇ ਰੱਖ ਕੇ ਨਾ ਪਿਆਜ਼ ਵਾਂਗੂ ਫੇਰ ਦਿਆਂਗੇ. अच्छा, तो उस्ताद ने समझाया कि तुम जा तो रहे हो, मगर देखो जिस जंगल में तुम जा रहे हो ना, तुम्हें जब, अच्छा एक और इस शिकायत का पहलू निकलता है, मैं आगे चल के आपके साथ शेयर करता हूँ. मैंने कहा ना, अब गौर, कुरान देखिए क्या सुभान अल्लाह, कुरान बार बार कहता है, उसकी आयतों का मफहूम है कि और तुम गौर क्यों नहीं करते, और तुम फिक्र क्यों नहीं करते, सोचते क्यों नहीं. जब आप सोचते हैं तो चीज़ें आप पे खुलती चली जाती हैं, अयां होती चली जाती हैं, उनके नए नए माने जो हैं वो आप पे मुनकशिफ होते हैं, नए नए एंगल्स जो हैं ज़िंदगी सीखने के, ज़िंदगी करने के, वो निकलते हैं. खैर,
تو انہوں نے کہا کہ تم جاؤ، لیکن جب تمہارا اگر کسی وجہ سے تمہارا کھانا وانا ختم ہو جائے، رستہ بھول جاؤ، خوراک کی کمی ہو جائے، تو تم گھاس پھوس اور درختوں کے پتے کھا کر گزارا کر لینا، ایسے درخت ڈھونڈنے کی کوشش کرنا جس پہ پھل لگے ہوتے ہیں، مگر دیکھو وہاں جو ہاتھی کے بچے ہوتے ہیں وہ بہت ہی خوبصورت، بڑے تنومند ہوتے ہیں اور کثرت سے پائے جاتے ہیں، لیکن کسی ہاتھی کے بچے کو مت کھانا۔ اگر تم نے ہاتھی کے بچے کو کھایا تو ہتھنی جو ہے وہ پھر تمہیں چھوڑے گی نہیں، پھر تمہارا سروائیو کرنا جو ہے اور جنگل سے نکلنے کی کوئی بھی راہ جو ہے پھر تمہیں نہیں ملے گی، چونکہ ہتھنی پھر تمہیں جان سے مار دے گی۔ یہ استاد نے نصیحت کی اپنے چاروں شاگردوں کو۔ ویسے جدوں دا یہ سیگمنٹ شروع ہوا ہے نا شاہ جی دی پوری فیملی ڈسٹرب ہو گئی ہے۔ کیوں؟ بھابی کہہ رہی سی ستے پہ کہہ رہے ہوندے نے بوئے خوردو، بوئے ہرسو، بوئے پیاز۔ اچھا ناظرین اسٹے ود اس، کہیں نہیں جائیے گا، چھوٹے سے وقت کے بعد واپس آتے ہیں، پھر آ کر آپ کو بتائیں گے کہ چاروں دوست جب جنگل میں گئے تو کیا ہوا ان کے ساتھ۔ آپ دیکھ رہے ہیں سیاسی تھیٹر، ہمارا سیگمنٹ ہے داستان گو، مولانا روم کی حکایت ڈسکس کر رہے ہیں آج ہم۔ ویلکم بیک ناظرین، پروگرام میں دوبارہ حاضر خدمت ہے۔ شاہ جی ہمارا سیگمنٹ چل رہا تھا داستان گو اور ہم آج مولانا روم کی حکایت ڈسکس کر رہے تھے۔ جی، بوئے کبرو بوئے ہرسو بوئے آز، بوئے کبرو بوئے ہرسو بوئے آز، وہ ویلے بیٹھے ہو سارے یاد ہی کر لو۔ در سخن گفتن پہ آیت چوں پیاز۔ او پیاز نو چھڈو، منوں نچاراں دا دسو جڑے جنگل چ گئے نے انہاں دا کی بنیا؟ جی ہاں، تو مطلب یہ کہ ہرس، طمع اور لالچ کی بو جو ہے وہ چھپتی نہیں ہے۔ ہرس، طمع اور لالچ جو ہے، کبر جو ہے وہ چھپتا نہیں ہے۔ جیسے پیاز کھانے کے بعد آپ کی بات کرتے ہی پیاز کی بو بتا دیتی کہ آپ نے پیاز کھایا، ایسے یہ چیزیں بھی چھپتی نہیں، کرپشن بھی نہیں چھپتی، برائی بھی نہیں چھپتی، گناہ بھی نہیں چھپتا ہے۔ اور کہانی میں ہم تھے کہ چاروں دوست جو تھے وہ جنگل کی طرف روانہ ہو گئے۔ استاد نے ایک انہیں نصیحت کی تھی کہ دیکھو کچھ بھی ہو جائے، اونچ نیچ آتی ہے لائف میں، گم جاؤ، کھانا کم ہو جائے، کوئی مشکل وقت آن پڑے تو درختوں کے پتے اور گھاس پھوس کھا کر گزارا کر لینا، ہتھنی کے بچے کو ہاتھ نہیں لگانا۔ استاد بھی عجیب سی، ہتھنی دا بچہ کھائے گا تے ہتھنی مارے گی، کہا کھان گے تے کھوتا مارے گا۔ کھوتا تو بہت برا مارے گا یہ۔ ویسے کوئی لہوریا ہوندا تے انہیں گھاس چھڑ دینا سی، کھوتا کھا جانا۔ اور لہوریا ہوندا تے انہیں ہتھنی نو بھی چکر دے دینا سی۔ پہلے انہوں میٹھا پان کھوانا سی، پھر انہوں کہنا سی آ تینوں لاہور دی سیر کراواں، نالے پان بھی کھا گئی، نالے ساڈے نال بھی نہیں ٹر رہی، اے رنگ بازیاں نہ کر، اے نہ کر، اے نہ کر۔ انہیں کہنا سی بھین میری ویکھ جوانی سدا نہیں رہندی، اے سننا شننا قائم نہیں رہدی ہے، تیرے نکے نکے بچے ہے نے ساری زندگی اتنے جنگل چ کر دے گی، اور چل میں نہ سڑک سے تینوں کام کراواں۔ اچھا، تو چاروں دوست چلے گئے جنگل میں، اور ہوا یہ کہ جب وہ ایک دو دن گزرے تو وہی ہوا کہ وہ رستہ بھول گئے۔ جو خوراک تھی وہ بھی ایک دن کے بعد، دو دن کے بعد ختم ہو گئی۔ تو پہلے تو انہوں نے اپنے استاد کی بات پہ عمل کیا، ایک آدھ دن تو انہوں نے گھاس پھوس پہ گزارا کیا، مگر اس کے بعد ان سے رہا نہ جائے، مگر اس کے بعد انہیں گوشت کی طلب ہوئی، اچھی خوراک کی طلب ہوئی، تو وہ اشتہا اور بھوک جو ہے وہ بڑھتی جا رہی تھی۔ باہر کا رستہ جو ہے، نکلنے کا رستہ، وہ مل نہیں رہا تھا۔ انہوں کو موبائل بھی نہیں سی ہے کہ کوئی لوکیشن ہی سینڈ کر دے۔ ٹھیک کہہ رہا ہے، اس زمانے میں کہاں یار، یہ سینکڑوں سال پرانی بات ہو رہی ہے۔ بہرحال اسی اسنا میں انہیں ہتھنی کا ایک بچہ جو ہے وہ نظر آیا۔ ان کا ایک دوست انہیں منع کرتا رہا، مگر جس وقت آپ کی آنکھوں پر کہتے ہیں نا لالچ کا پردہ پڑ جائے، آپ کی آنکھوں میں ہرس کی چربی چڑھ جائے تو پھر آپ کو کچھ نظر نہیں آتا ہے۔ تو استاد نے جو ایک بات بتائی تھی، وہ استاد نے ان کو بات بتائی بھی تھی، سجھائی بھی تھی، سکھائی بھی تھی، اور وہ حکم بھی دیا تھا کہ دیکھو سب کچھ کرنا، یہ مت کرنا۔ یہ بالکل ایسے ہی ہے جیسے باری تعالیٰ نے ہمیں سب کچھ کھانے کی اجازت دی ہے اور کچھ چیزوں پہ پابندی لگا دی ہے، اور اگر ہم ان کو کھاتے ہیں تو وہ ہمارے لیے حرام ہے۔ اور دلچسپ بات یہ ہے کہ ان میں سے کچھ چیزیں ایسی ہیں جو خود وہ اپنے ہاں آفر کر رہا ہے کہ جب تم میرے پاس آؤ گے تو میں تمہیں یہ دوں گا، لیکن حکم کا، اطاعت کا تقاضا یہ ہے، بندگی کا تقاضا یہ ہے کہ میرے پاس آؤ گے تو میں دوں گا، اس وقت تم جس جگہ ہو وہاں پہ یہ حرام ہے۔ یہی تو خوبصورتی ہے، یہی تو بندگی ہے، یہی تو وہ چاہتا ہے۔ خیر جی، انہوں نے ہتھنی کے بچے کو ذبح کیا اور کھا لیا۔ ایک آدمی جو نوجوان تھا اس میں سے، اس نے کہا نہیں میں یہ نہیں کروں گا، چونکہ میرے استاد نے منع کیا ہے، میں یہ کام نہیں کروں گا۔ انہیں دال پکائی ہوگی۔ دال نہیں پکائی، اس نے صبر کیا، اس نے اپنے نفس پر قابو رکھا، نفس کو اپنے اوپر سوار نہیں ہونے دیا۔ صبری، دیکھیں نا، یہ کیا کچھ ہمیں نہیں رستے میں زندگی کے ملتا ہے۔ ہمیں مطلب بہت ساری چیزیں ایسی ملتی ہیں آپ کو رستے میں جو آپ کو اپنی طرف لبھاتی ہیں، جو آپ کو اپنی طرف بلاتی ہیں، مگر یہ جو کنٹرول ہے، یہی انسان کی بیوٹی ہے، یہی انسان کی
عظمت ہے. جو کنٹرول نہیں کر پاتا ہے اور خواہشوں کے سمندر میں, لالچ کے سمندر میں بہہ جاتا ہے, وہ پھر عاصی و گناہ گار کہلاتا ہے. جو کنٹرول کرتا ہے, جو ضبط کرتا ہے, جو صبر سے کام لیتا ہے, جو ٹھہر جاتا ہے, رک جاتا ہے, وہ پھر بلند رتبہ جو ہے وہ خالق کے ہاں پاتا ہے. جس طرح شاہ جی نو کنیاں کڑیاں کہندی ہیں سر فون نمبر دے دیں, وہ کہندے جاؤ بیٹا پڑھائی پہ دھیان دو. تو ہمارے تو بیٹیوں کی طرح ہوتی ہے. دو ہی کڑیاں سڑ کے کہندی نا دوروں جوان لگدا ہے بڈھا. بہرحال جی وہی ہوا. اور یہاں یہ وہ مومنٹ ہے جو میں آپ سے کرتا نا کہ ایک اینگل اس کا اور ہے کہ بہت ساری حلال چیزوں کو منع کر دیا جاتا ہے آپ کو, اور اس وقت آپ کا صبر جو ہے وہ آزمایا جاتا ہے. گندم کا کیا معاملہ تھا, یہی تو تھا کہ جو مرضی کھاؤ, بس ایک گندم جو ہے تم نے نہیں کھایا. حالانکہ کوئی حرام تھوڑی ہے, ہمارے لیے حلال ہے. اب اسے گندم نے سانو دسایا ہے. تو اپنا یہ جو بس خالق کے یہ خالق کے موڈ پہ ہے یہ, تو وہ جس چیز کو چاہے جیسے چاہے آزمائے. یہ اس کا اختیار ہے, اس کی رضا ہے. بہت ساری چیزوں کے جواب نہیں ہیں, بہت سارے سوالوں کے جواب میں جواب نہیں چاہیے ہوتا, صرف اطاعت چاہیے ہوتی ہے. جو آ گیا سوال, بس اب اس کو ہمیں اس پہ عمل کرنا ہے. بہرحال جی ہوا یہ کہ وہ تینوں سو گئے مدہوش ہو کے. اور ایک چیز اور تھی اس کے اندر کہ اس کے دوست نے کہا کہ تم نے غلطی تو کر لی ہے, اب ایسا کرتے ہیں کہ کسی درخت پہ کوئی جگہ ڈھونڈ کے اس پہ سوتے ہیں, کیونکہ اگر ہتھنی آئے گی جیسا کہ استاد نے کہا تھا تو یہ ہے کہ پھر وہ نقصان پہنچائے گی. تو انہوں نے کہا نہیں تو جا نا, ایڈا تو ڈر پو گیا ہے, تو آنے نہیں سی ساڑے نال جنگل تے, اسی تو اتھے ہی سوواں گے. کچھ گوشت کی خماری, بالکل ایسے جیسے کرپشن کے بعد ایک پاور کا غرور ہوتا ہے آپ کو کہ میں انٹچبل ہو گیا ہوں, مجھے اب کوئی چھو نہیں سکتا ہے. تو تینوں دوست سو گئے. چوتھا دوست جو تھا وہ درخت پر چڑھ کر سو گیا, حالانکہ اس نے کچھ نہیں کیا تھا. اس کے باوجود چونکہ استاد نے اسے کہا تھا کہ اپنی حفاظت کا بھی اہتمام کرنا, وہ سو گیا. وہی ہوا کہ ہتھنی اپنے بچے کو ڈھونڈتی ہوئی آئی ہے, اس کی بو سونگتی ہوئی. سب سے پہلے وہ اسی آدمی کے پاس پہنچی ہے جو درخت پر چڑھا ہوا تھا. اور حقیقت یہ ہے کہ ہتھنی اس درخت کو گرا سکتی تھی, مگر چونکہ اس کو اپنے بچے کی بو نہیں آئی اس کے پاس سے. یہ ہے وہ مومنٹ جہاں مولانا روم کہتے ہیں در سخن گفتن پہ آیت چم پیاز, کہ آپ کی برائی, آپ کے گناہ, آپ کی کرپشن, آپ کی حرام خوری, آپ کی جو کچھ آپ نے کیا ہے وہ آپ کے منہ سے بو کی طرح سے سامنے آ رہی ہوتی ہے. آپ کے چہرے پہ لکھا ہوتا ہے کہ تم کرپٹ انسان ہو. ٹھیک ہے نا. تو وہ چونکہ اس نے کچھ بھی نہیں کیا تھا, اس سے کچھ نہیں کہا. آگے بڑھی ہے تو اس نے باری باری سونگا ہے جب اس کو, تو اسے پتہ لگ گیا کہ میرے تو بچوں کا قاتل ہے یہ. اس نے ایک کو پیروں تلے کچل دیا اور باقی دو کو اپنی سونڈ میں لے کے ان کے ٹکڑے ٹکڑے کر دیے. شاہ جی یہ سونڈ میں رکھ کے کیسے ٹکڑے ٹکڑے کر سکتا ہے؟ ماں ہم وہ کینچیاں چھریاں والے کو سنڈ تیز کروا کے یار کچھ چیزیں ایک تو علامتی ہوتی ہے, دوسرے سونڈ میں لے کے جب آپ دبائیں گے تو بیسیکلی لخت ٹوٹ جائے گا نا, تو دو ٹکڑے ہی ہو گیا ایک طرح سے. جی جی. تو مولانا کی جو حکایت ہے اس کا مفہوم یہ ہے کہ کبر, ہرس, لالچ, طمع جو ہے, کرپشن جو ہے, برائی جو ہے, وہ چھپ نہیں سکتی ہے اور تمہارے منہ سے اس کی بو آئے گی اور پھر انجام کیا ہوگا جب بو آئے گی تو آپ پکڑے جائیں گے. یعنی کہ آپ کے گناہوں کی بو جو ہے وہ آپ کے خلاف گواہی دے رہی ہوگی, اور نتیجہ پھر یہ ہوگا اس سزا کی صورت میں کہ آپ کو ٹکڑے ٹکڑے کر دیا جائے گا. علامتی بات ہے, سزا ملے گی جیسے ہتھنی نے ان تینوں نافرمانوں کو سزا دی. شاہ جی اس چوتھے شخص کا کیا بنا؟ بڑھنا کسی ہو, تینوں مارے گئے تو مسکین آج تک درخت پہ ٹنگے ہیں. نہیں رخسانہ بی بی, جو راست باز شخص ہوتا ہے نا وہ اول تو راہ بھٹکتا نہیں ہے, اور اگر بھٹک جائے تو سائڈ تے ہو کر ہوندا رہتا. نہیں, اگر راست باز شخص بھٹک جائے کبھی کسی وجہ سے تو قدرت خود اس کو سیدھے رستے پر لے آیا کرتی ہے, کیونکہ اس کے دل پر مہر نہیں لگی ہوتی ہے. وہ بھٹکا ہوا ہوتا ہے, عادی مجرم نہیں ہوتا ہے. شاہ جی جڑی مولانا روم دی حکایت ہے جی, ਇਹਦੇ 'ਚ ਜਿਹੜਾ ਕਰੈਕਟਰ ਹੈ ਹਥਨੀ ਦਾ, جی جی, ਇਹ ਕਿਆ ਕਮਾਲ ਕਰੈਕਟਰ ਹੈ. ਇਹ ਸੁਣ ਕੇ ਮੈਨੂੰ ਬੀਨਾ ਯਾਦ ਆ ਗਈ. ਐਤਨੀ ਤਾਂ ਤੁਹਾਨੂੰ ਮੈਨੂੰ ਮੇਰੀ ਕਿਉਂ ਯਾਦ ਆਉਣ ਲੱਗ ਪਈ? ਤੇ ਬੀਨਾ ਤੈਨੂੰ ਦੇਖ ਕੇ ਹਿਰਨੀ ਤੇ ਨਹੀਂ ਯਾਦ ਆ ਸਕਦਾ. ਗੱਲ ਮੈਂ ਕਰ ਰਿਹਾ ਸੀ ਕਿ ਹਥਨੀ ਤੋਂ ਮੈਨੂੰ ਬੀਨਾ ਕਿਉਂ ਯਾਦ ਆਈ. ਫੇਰ ਹਥਨੀ ਇੱਕ ਦਿਨ ਇਹਨਾਂ ਦਾ ਖਾਮਦ ਅੱਛਾ, ਉਹ ਇਹਨਾਂ ਦੀ ਮਰਜ਼ੀ ਤੋਂ ਬਗੈਰ ਇਹਨਾਂ ਦਾ 버ਗਰ ਖਾ ਗਿਆ. ਬਸ ਫਿਰ ਬੀਨਾ ਦੀ ਸੁਣ ਤੇ ਹੈ ਨਹੀਂ ਸੀ, ਉਹ ਪਹਿਲੇ ਖਾਵਨ ਨੇ ਕੱਟ ਦਿੱਤੀ. ਉਹ ਜਿੰਨੀ ਕਿ ਵੀ ਬਚੀ ਸੀ ਉਹਦੇ ਨੇ ਖਾਮਦ ਨੂੰ ਲਵੇਟ ਕੇ ਥੱਲੇ ਸੁੱਟਿਆ ਤੇ ਮੁੜ ਕੇ ਉਹਦੀ ਧੌਣ ਤੇ ਗੋਡਾ ਰੱਖਤਾ. ਸਰਦਾਰ ਸਾਹਿਬ ਤੁਹਾਨੂੰ ਤੇ ਅੱਜ ਮੈਂ ਨਹੀਂ ਬੀਨਾ ਜੀ ਬੀਨਾ ਗੱਲ ਬੀਨਾ ਜੀ ਨਾ ਨਹੀਂ ਸ਼ਾਹ ਜੀ ਛੱਡੋ ਪਰ ਬੀਨਾ ਜੀ ਬਿਨਾ ਮਜ਼ਾਕ ਹੋ ਰਿਹਾ, ਉਹ ਮਜ਼ਾਕ ਹੋ ਰਿਹਾ. ਸ਼ਾਹ ਜੀ ਮਜ਼ਾਕ ਹਥਨੀ ਫੜ ਲਈ ਚੰਗੀ ਭਲੀ ਨੂੰ. ناظرین یہ تھا آج کا شو, اجازت دیجیے, اللہ حافظ.